सुहाई धन हमारा मीत राम। मन विलास पे साहिब के अचरज देख बड़ाई। हर सिमर सिमर आनंद कर नानक प्रभु पूर्ण पैज रखाई। मन विलास पे साहिब के अचरज देख बड़ाई। हर सिमर सिमर आनंद कर नानक प्रभु पूर्ण पैज रखाई। वाहिगुरु जी का खालसा वाहिगुरु जी की फतेह। साध संगत वाहिगुरु जी का खालसा वाहिगुरु जी की फतेह। अमृत वेले तो आप हरिजात सरवण कर रहे हैं। उपरंत गुरु महाराज जी का जो अज सानू हुक्म आया है आप सब ने सरवण किया है, जिस विच महाराज जी फरमान कर रहे ने औखी घड़ी न देखण लई अपना बिरद संभाल। हाथ दे राखै जन अपने औखी घड़ी ना देखण देना वाहिगुरु जी का बिरद है। उन्हां वास्ते जिहड़े ਉਹਦੇ ਜਨ ਬਣ ਗਏ ਨੇ। ਸੋ ਇਹਦੇ ਉੱਤੇ ਜਦ ਅਸੀਂ ਵਿਚਾਰ ਕਰਦੇ ਹਾਂ ਬਹੁਤ ਸਾਰੇ ਸਵਾਲ ਸਾਹਮਣੇ ਆ ਜਾਂਦੇ ਨੇ ਵੀ ਇਹ ਜੋ ਮਹਾਰਾਜ ਜੀ ਦਾ ਹੁਕਮਨਾਮਾ ਹੈ ਦੇਣ ਦਾ ਇਹ ਕਿਸ ਤਰ੍ਹਾਂ ਦੇ ਨਾਲ ਸਾਡੇ ਉੱਤੇ ਲਾਗੂ ਹੁੰਦਾ ਹੈ। महाराज जी ने ਇਹਦੇ ਵਿੱਚ जो अक्षर ਵਰਤਿਆ अगली लाइन ਦੇ अंदर आपने फरमाया कि जो ਉਹਦਾ ਜਨ ਹੈ ਉਸ ਨੂੰ ਹੱਥ ਦੇ ਕੇ ਰੱਖਦਾ ਤੇ ਹਰ ਸਾਸ ਉਹਦੀ ਪ੍ਰਤਿਪਾਲਨਾ ਕਰਦਾ। ਵਾਹਿਗੁਰੂ ਜੀ ਨਿਰਾ ਪਿਆਰ ਨੇ। ਪਿਆਰ ਦੇ ਨਾਲ ਸੰਸਾਰ ਦੇ ਵਿੱਚ ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਨਰਾਗ। ਪਿਆਰ ਦਾ ਰੂਪ ਧਾਰ ਕੇ ਸਾਰੇ ਸੰਸਾਰ ਦੇ ਵਿੱਚ ਆਪ ਦਾ ਵਜੂਦ ਕਾਇਮ ਹੈ। ਯਾਨੀ ਵਾਹਿਗੁਰੂ ਜੀ ਹੈ ਨਹੀਂ ਪਿਆਰ। ਉਹਨਾਂ ਨਾਲ ਜਿਹੜਾ ਪਿਆਰ ਕਰਦਾ ਹੈ, ਜਿਹੜਾ ਉਹਨਾਂ ਨੂੰ ਹਰ ਵਕਤ ਆਪਣੇ ਧਿਆਨ ਵਿੱਚ ਰੱਖਦਾ ਹੈ, ਉਹਦੇ ਹੁਕਮ ਵਿੱਚ ਚੱਲਦਾ ਹੈ, ਉਸ ਨੂੰ ਆਪਣੇ ਅਨੁਭਵ ਚ ਲਿਆ ਕੇ ਹਰ ਥਾਂ ਦੇ ਉੱਤੇ ਦੇਖਦਾ ਹੈ ਤੇ ਮੈਂ ਜਿਸ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਤੇ ਉਹਦਾ ਜਨ ਹੋਇਆ ਕਰਦਾ, ਉਹਦਾ ਹੀ ਹੋ ਜਾਂਦਾ ਤੇ ਉਸ ਨੂੰ ਔਖੀ ਘੜੀ ਨਾ ਦੇਖਣ ਦੇਣਾ ਉਹਦਾ ਬਿਰਧ ਹੈ। ਵੈਸੇ ਤਾਂ ਵਾਹਿਗੁਰੂ ਜੀ ਦਾ ਵੈਸੇ ਹੀ ਸੁਭਾਅ ਹੈ ਵੀ ਕੋਈ ਵੀ ਬੰਦਾ ਉਸ ਤੋਂ ਮਦਦ ਮੰਗੇ, ਉਹਦਾ ਆਸਰਾ ਤੱਕੇ, ਉਹਦੀ ਸ਼ਰਨ ਵਿੱਚ ਆ ਜਾਵੇ, ਉਹਨੇ ਉਹਦੀ ਰਾਖੀ ਕਰਨੀ ਉਹ ਕਰਨੀ ਹੈ, ਔਖੀ ਘੜੀ ਦੂਰ ਕਰਨੀ ਹੈ। ਪਰ ਇਹ ਬੜੀਆਂ ਔਖੀਆਂ ਗੱਲਾਂ ਨੇ। ਸ਼ਰਨ ਵਿੱਚ ਕਿਸ ਤਰ੍ਹਾਂ ਆਉਂਦਾ ਹੈ, ਕਦੋਂ ਆਦਮੀ ਸ਼ਰਨ ਵਿੱਚ ਆਉਂਦਾ ਹੈ? ਕਿਉਂਕਿ ਆਦਮੀ ਦੇ ਅੰਦਰ ਬੁੱਧੀ ਹੈ, ਬਲ ਹੈ, ਗਿਆਨ ਹੈ। ਇਹਦੇ ਨਾਲ ਇਹਦੇ ਕੋਲ ਬੜੀਆਂ ਦਲੀਲਾਂ ਨੇ, ਬੜੀਆਂ ਮੰਤਕਾਂ ਨੇ, ਬੜੀਆਂ ਚਲਾਕੀਆਂ ਨੇ, ਬੜੇ ਆਸਰੇ ਨੇ। ਉਹ ਆਸਰੇ ਤੱਕਦਾ ਰਹਿੰਦਾ। ਜੋ ਵਾਹਿਗੁਰੂ ਜੀ ਦਾ ਜਨ ਹੈ ਉਹ ਉਹਨਾਂ ਦੇ ਉੱਤੇ ਹੀ ਹਰ ਵਕਤ ਉਹਨਾਂ ਦੇ ਉੱਤੇ ਹੀ ਆਧਾਰਿਤ ਰਹਿੰਦਾ। ਜੀਉ ਰਹਿ ਗੁਰੂ ਨਾਲੇ, ਜੀ ਤੋਂ ਉਹਨਾਂ ਦੇ ਨਾਲ ਰਹਿੰਦਾ ਹੈ। ਆਪਣੇ ਆਪ ਨੂੰ ਕੁਛ ਕਰਕੇ ਨਹੀਂ ਜਣਾਉਂਦਾ।
ਹੁਕਮ ਦੇ ਵਿੱਚ ਚੱਲਦਾ ਹੈ, ਹੁਕਮ ਦੇ ਵਿੱਚ ਰਹਿੰਦਾ ਹੋਇਆ ਕਦੇ ਵੀ ਸ਼ਿਕਵਾ ਨਹੀਂ ਕਰਦਾ। ਜੇ ਸੁੱਖ ਆਉਂਦਾ ਹੈ ਤਾਂ ਵੀ ਉਹਦੀ ਮੌਜ, ਕੇਤਿਆਂ ਦੁੱਖ ਭੋਗ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਦੁੱਖ ਭੁੱਖ ਨੂੰ ਵੀ ਉਹਦੀ ਦਾਤ ਇਹ ਸਮਝਦਾ ਹੈ, ਉਹਦੇ ਉੱਤੇ ਕਿੰਤੂ ਨਹੀਂ ਕਦੇ ਵੀ ਕਰਦਾ, ਕਿਉਂਕਿ ਪਿਆਰ ਵਾਲਾ ਕਰਿਆ ਨਹੀਂ ਕਰਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਚਮਕੌਰ ਸਾਹਿਬ ਦੇ ਅੰਦਰ 2 ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਣ ਤੋਂ ਬਾਅਦ ਆਪ ਜੀ ਨੂੰ ਇਹ ਮਤਾ ਪਾਸ ਕਰਕੇ ਬੇਨਤੀ ਕੀਤੀ ਗਈ ਕਿ ਪਾਤਸ਼ਾਹ, ਆਪ ਸਾਡੇ ਵਰਗੇ ਹਜ਼ਾਰ ਸਿੰਘ ਪੈਦਾ ਕਰ ਸਕਦੇ ਹੋ, ਲੇਕਿਨ ਕਰੋੜਾਂ ਸਿੰਘ ਇਕੱਠੇ ਹੋ ਕੇ ਇੱਕ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ। ਇਸ ਕਰਕੇ ਭਾਵੇਂ ਆਪ ਨਾਟਕ ਕਰ ਰਹੇ ਹੋ, ਵਿਚਿੱਤਰ ਨਾਟਕ ਹੈ ਆਪ ਦਾ, ਲੇਕਿਨ ਇਸ ਵੇਲੇ ਸਾਡੀ ਜੋ ਬੇਨਤੀ ਹੈ ਉਹ ਇਹ ਹੈ ਕਿ ਆਪ ਜੀ ਚਾਹੇ ਸ਼ਕਤੀ ਵਰਤ ਕੇ ਜਾਓ, ਚਾਹੇ ਆਪਣੀ ਇਨਸਾਨੀ ਸ਼ਕਤੀ ਨਾਲ ਜਾਓ, ਚਾਹੇ ਕਿਸੇ ਤਰ੍ਹਾਂ ਜਾਓ, ਜੰਗ ਦੇ ਵਿੱਚੋਂ ਨਿਕਲ ਕੇ ਮੁੜ ਕੇ ਫੇਰ ਪੰਥ ਦੀ ਸਾਜਨਾ ਕਰੋ। ਕਿਉਂਕਿ ਸ਼ਕਤੀ ਦੇ ਨਾਲ ਤਾਂ ਕੋਈ ਮੁਕਾਬਲਾ ਹੀ ਨਹੀਂ ਸੀ ਗੁਰੂ ਸਾਹਿਬ ਦਾ, ਕਿਸੇ ਦਾ ਵੀ। ਇਤਿਹਾਸ ਵਿੱਚ ਐਸਾ ਹੁੰਦਾ ਜ਼ਿਕਰ ਕਿ ਪਹਿਲਾ ਹੀ ਬਾਣ ਜਦ ਮਹਾਰਾਜ ਜੀ ਨੇ ਚਲਾਇਆ ਤਾਂ ਉਸ ਵੇਲੇ ਇੱਕੋ ਹੀ ਬਾਣ ਦੇ ਨਾਲ 10,000 ਸਿਪਾਹੀ ਮਾਰਿਆ ਗਿਆ। ਉਹਦੇ ਬਾਅਦ ਮਹਾਰਾਜ ਜੀ ਨੇ ਜਿਵੇਂ ਨਾਰਮਲ ਯੁੱਧ ਹੁੰਦਾ ਹੈ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਇਨਸਾਨੀ ਸ਼ਕਤੀ ਦੇ ਨਾਲ। ਸੋ ਇਸ ਕਰਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਗਈ ਕਿ ਮਹਾਰਾਜ ਚਾਹੇ ਤੁਸੀਂ ਆਪ ਸ਼ਕਤੀ ਵਰਤ ਕੇ ਨਿਕਲੋ, ਕਿਉਂਕਿ ਜਦੋਂ ਅਸੀਂ ਇਹਨਾਂ ਗੱਲਾਂ 'ਚ ਪੈਂਦੇ ਹਾਂ ਬੜੇ ਸਾਨੂੰ ਇਤਿਹਾਸਾਂ ਦਾ ਨਿਰਣਾ ਲੈਣਾ ਪੈਂਦਾ ਵੀ ਇਹ ਗੱਲਾਂ ਹੋ ਕਿਵੇਂ ਸਕਦੀਆਂ ਨੇ, ਸ਼ਕਤੀ ਵਰਤ ਕੇ ਕਿਵੇਂ ਨਿਕਲ ਸਕਦੇ। ਜਦ ਅਸੀਂ ਮਹਾਂਪੁਰਸ਼ਾਂ ਦੇ ਵੀ ਜੀਵਨ ਪੜ੍ਹਦੇ ਹਾਂ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਰਾਮਗੜ੍ਹ ਦੇ ਵਿੱਚ ਰਹਿਣ ਵਾਲੇ ਇੱਕ ਉਹਨਾਂ ਦੇ ਪ੍ਰੇਮੀ ਭਾਈ ਕਰਤਾਰ ਸਿੰਘ ਜੀ, ਆਪ ਦੇ ਪਾਸ ਇੱਕ ਵਾਰੀ ਬਾਬਾ ਜੀ ਆਏ ਹੋਏ ਨੇ, ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਭਾਈ ਕਰਤਾਰ ਸਿੰਘ ਜੀ ਕੀ ਇੱਛਾ ਹੈ ਤੁਹਾਡੀ? ਕਹਿੰਦੇ ਮਹਾਰਾਜ ਮੈਂ ਦੁਨੀਆ ਤਾਂ ਮੰਗਣੀ ਨਹੀਂ, ਇਹ ਤਾਂ ਝੂਠੀ ਹੈ, ਬਿਨਸ ਜਾਣੀ ਹੈ, ਤੇ ਕਿਰਪਾ ਕਰਕੇ ਇੱਕ ਮੈਨੂੰ ਵਚਨ ਦੇਵੋ ਕਿ ਜਦੋਂ ਮੇਰਾ ਅੰਤ ਸਮਾਂ ਹੋਵੇ ਤੇ ਤੁਹਾਡੇ ਪੱਟ ਦੇ ਉੱਤੇ ਮੇਰਾ ਸਿਰ ਹੋਵੇ ਤੇ ਤੁਹਾਡੇ ਨੇਤਰਾਂ ਵੱਲ ਮੈਂ ਝਾਕਦਾ ਹੋਵਾਂ ਤਾਂ ਉਸ ਵੇਲੇ ਮੇਰਾ ਅੰਤ ਸਮਾਂ ਆਵੇ। ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਐਸੀ ਬਾਤ ਹੋ ਜਾਏਗੀ। ਉਧਰੋਂ ਉਸ ਦਾ ਅੰਤ ਸਮਾਂ ਆਉਂਦਾ ਹੈ ਤੇ ਇੱਧਰ 40 ਮੀਲ ਦੇ ਉੱਤੇ ਇੱਕ ਪਿੰਡ ਕੋਠਾ ਹੈ, ਉਸ ਥਾਂ ਦੇ ਉੱਤੇ ਅਖੰਡ ਪਾਠ ਹੋ ਰਿਹਾ ਹੈ ਤੇ ਅਚਾਨਕ ਬਾਬਾ ਜੀ ਨੇ ਇੱਕ ਸਿੰਘ ਨੂੰ ਨਾਲ ਲਿਆ, ਟਹਿਲ ਸਿੰਘ ਜਿਸ ਦਾ ਨਾਮ ਸੀ, ਤੇ ਕਾਲੀ ਕਾਲੀ ਤੁਰਦੇ ਨੇ। ਅੱਗੇ ਆ ਕੇ ਇੱਕ ਚਲਾ ਆ ਗਿਆ, ਪਾਣੀ ਗਿੱਲਾ ਪਿਆ ਸੀ, ਉਹਦੇ ਉੱਤੇ ਦੀ ਛਾਲ ਮਾਰ ਕੇ ਟੱਪਣਾ ਸੀ। ਉਹ ਨਿਹੰਗ ਸਿੰਘ ਨੂੰ ਕਹਿਣ ਲੱਗੇ ਆ ਬਾਂਹ ਫੜਾ ਮੈਨੂੰ। ਬਾਂਹ ਫੜਾਈ ਤੇ ਜਿਸ ਵਾਰ ਲਾਗ ਭਰੀ, ਉਹ ਹੈਰਾਨ ਹੋ ਗਿਆ ਵੀ ਅਸੀਂ ਆ ਕਿੱਥੇ ਗਏ। ਇੱਥੇ ਪਿੱਛੇ ਮੁੜ ਕੇ ਦੇਖਿਆ ਨਾ ਕੋਈ ਜਗ੍ਹਾ ਨਾ ਕੋਈ ਖੂਹ, ਉੱਥੇ ਸਿੰਘ ਬਸਤਰ ਧੋਂਦੇ ਸੀ, ਇਸ਼ਨਾਨ ਕਰਦੇ ਸੀ, ਸਾਰਾ ਸੀਨ ਹੀ ਗਾਇਬ ਹੋ ਗਿਆ। ਉਸ ਵੇਲੇ ਕਾਲੀ ਦੇ ਨਾਲ ਜਾਂ ਪਿੰਡ ਗਏ, ਪਹਿਲਾਂ ਵੀ ਉਹ ਜਾਣਦਾ ਸੀ, ਕਹਿੰਦਾ ਇਹ ਤਾਂ ਰਾਮਗੜ੍ਹ ਆ ਗਿਆ। ਉਹਦੇ ਘਰ ਚਲੇ ਜਾਂਦੇ ਨੇ ਤੇ ਇੱਕਦਮ ਪਲੰਗ ਤੇ ਬੈਠ ਕੇ ਸੀਸ ਚੁੱਕਿਆ, ਆਪਣੇ ਪੱਟ ਉੱਪਰ ਰੱਖ ਲਿਆ, 10 ਵਾਰੀ ਵਾਹਿਗੁਰੂ ਆਪ ਅੱਗੇ ਬੋਲਦੇ ਨੇ ਤੇ ਉਹ ਪਿੱਛੇ ਬੋਲਦਾ। ਕਿੱਡਾ ਸੁਭਾਗ ਪ੍ਰੇਮੀ ਸੀ ਜਿਸ ਨੇ ਆਪਣਾ ਸਰੀਰ ਮਹਾਂਪੁਰਸ਼ਾਂ ਦੇ ਸਾਹਮਣੇ ਨਾਮ ਦਾ ਉਚਾਰਨ ਕਰਦੇ ਹੋਏ ਛੱਡਿਆ। ਸੰਸਕਾਰ ਕੀਤਾ ਗਿਆ। ਉਸ ਤੋਂ ਬਾਅਦ ਕੀਰਤਨ ਸੋਲਾ ਬਾਬਾ ਜੀ ਨੇ ਆਪ ਪੜ੍ਹਿਆ। ਕਹਿਣ ਲੱਗੇ ਚਲੋ ਭਾਈ ਤੁਸੀਂ ਸਾਰੇ ਗੁਰਦੁਆਰੇ ਉੱਥੇ ਜਾ ਕੇ ਪ੍ਰਸ਼ਾਦ ਬਣਾਓ, 5 ਇਸ਼ਨਾਨੇ ਕਰਕੇ ਜਾਂ ਇਸ਼ਨਾਨ ਕਰਕੇ ਜਾਓ ਸਾਰੇ।
ਆਪ ਥੋੜ੍ਹੀ ਦੇਰ ਉੱਥੇ ਰੁਕੇ ਰਹੇ। ਉਹ ਤੋਂ ਬਾਅਦ ਉਹਨੂੰ ਕਹਿਣ ਲੱਗੇ ਵੀ ਚੱਲ ਭਾਈ ਟਹਿਲ ਸਿੰਘ ਆਪਾਂ ਫੇਰ ਚੱਲੀਏ ਆਪਣੇ। ਉਸੇ ਤਰ੍ਹਾਂ ਲਾਂਘ ਭਰੀ ਮੁੜ ਕੇ ਫੇਰ ਉਸ ਕੋਠੇ ਪਿੰਡ ਵਿੱਚ ਆ ਜਾਂਦੇ ਨੇ। ਹੈਰਾਨ ਹੋਈ ਗਿਆ। ਦੂਸਰੇ ਦਿਨ ਨਾ ਬਾਬਾ ਜੀ ਨੂੰ ਇਹ ਗੱਲ ਪੁੱਛ ਸਕਿਆ ਵੀ ਇਹ ਗੱਲ ਕੀ ਹੋਈ। ਤੇ ਦੂਸਰੇ ਦਿਨ ਕਥਾ ਕਰਦਾ ਸੀ ਪਾਰਸ ਭਾਗ ਦੀ। ਉਹਦੇ ਵਿੱਚ ਆਉਂਦਾ ਸੀ ਕਿ ਕਈ ਵਾਰੀ ਮਹਾਂਪੁਰਸ਼ ਆਪਣੇ ਦਿੱਤੇ ਹੋਏ ਬਚਨ ਨੂੰ ਪੂਰਾ ਕਰਨ ਵਾਸਤੇ ਸ਼ਕਤੀ ਦਾ ਆਸਰਾ ਲੈ ਲਿਆ ਕਰਦੇ ਨੇ। ਬਾਬਾ ਜੀ ਨੇ ਉਸ ਪੁਸਤਕ ਦੇ ਉੱਤੇ ਹੱਥ ਰੱਖ ਕੇ ਕਹਿਣ ਲੱਗੇ ਤੇਰਾ ਕੱਲ ਦਾ ਤੇਰੇ ਮਨ ਵਿੱਚ ਇਹ ਚੱਲ ਰਿਹਾ ਹੈ ਵੀ ਕੀ ਹੋਇਆ। ਸੰਗਤ ਨੂੰ ਕੋਈ ਪਤਾ ਨਹੀਂ। ਹੁਕਮ ਹੈ ਉਸ ਨੂੰ ਕਿ ਗੁਪਤ ਰੱਖੀ। ਕਹਿਣ ਲੱਗੇ ਆਹੀ ਗੱਲ ਸੀ, ਅਸੀਂ ਬਚਨ ਦਿੱਤਾ ਹੋਇਆ ਸੀ, ਸੋ ਸਾਨੂੰ ਇਸ ਕਰਕੇ ਇਸ ਤਰ੍ਹਾਂ ਦੇ ਨਾਲ ਉੱਥੇ ਜਾਣਾ ਪਿਆ। ਇੱਕ ਬਾਬਾ ਕਿਸ਼ਨ ਸਿੰਘ ਜੀ ਧੂਪੀਏ ਹੋਏ ਨੇ, ਨਾਮਧਾਰੀ ਸਿੰਘ। ਉਹਨਾਂ ਦਾ ਸਾਧਨ ਬੜਾ ਜ਼ਬਰਦਸਤ ਸੀ। ਇਕੱਲੇ ਹੀ ਅਖੰਡ ਪਾਠ ਕਰਿਆ ਕਰਦੇ ਸੀ 48 ਘੰਟੇ ਦੇ ਅੰਦਰ। ਤੇ ਉਹਨਾਂ ਨੇ 1000 ਅਖੰਡ ਪਾਠ ਇੱਕੋ ਬੈਠਕ ਦੇ ਨਾਲ ਇੱਕ ਪਾਠ ਕਰਕੇ 25 ਰੁਪਏ ਭੇਟਾ ਲੈਂਦੇ ਸੀ ਉਹਨਾਂ ਦਿਨਾਂ ਦੀ। ਉਹ 25 ਰੁਪਏ ਜਾ ਕੇ ਭੈਣੀ ਸਾਹਿਬ ਜਮ੍ਹਾਂ ਕਰਾਉਂਦੇ ਸੀ। ਉਹਨਾਂ ਦੀ ਬਹੀ 'ਚ ਹੁਣ ਤੱਕ ਲਿਖਿਆ ਹੋਇਆ ਹੈ ਉਹਨਾਂ ਦੇ ਖਾਤੇ 'ਚ ਵੀ ਉਹਨੇ 25000 ਰੁਪਇਆ ਅਖੰਡ ਪਾਠ ਕਰਕੇ ਜਮ੍ਹਾਂ ਕਰਾਇਆ। ਛੋਟੇ ਛੋਟੇ ਹੁੰਦੇ ਜਦ ਅਸੀਂ ਉਸ ਵੇਲੇ ਬੜਾ ਬੰਦਗੀ ਕਰਿਆ ਕਰਦੇ ਸੀ ਉਹਨਾਂ ਦਿਨਾਂ 'ਚ ਸਾਰੇ ਹੀ ਸਿੰਘ। ਹੁਣ ਨਹੀਂ ਕਰਦੇ, ਹੁਣ ਤਾਂ ਬਹੁਤ ਗੱਲਾਂ ਬਾਤਾਂ ਹੀ ਰਹਿ ਗਈਆਂ। ਨਾਮ ਜਪਣਾ ਤੱਕ ਪਾਸੇ ਰਹਿ ਗਿਆ। ਨਿਤਨੇਮ ਹੈ ਫਟਾਫਟ ਕਰ ਲਿਆ। ਉਦੋਂ ਗਾਹਾਂ ਨਾ ਤੁਰਨਾ ਚਾਹੁੰਦਾ ਕੋਈ, ਨਾ ਕਿਸੇ ਨੂੰ ਸ਼ੌਕ ਹੈ। ਕੋਈ ਬਿਰਲਾ ਪੁਰਸ਼ ਹੈ ਜਿਹਦੇ ਮਨ ਵਿੱਚ ਇਹ ਸ਼ੌਕ ਹੈ ਕਿ ਮੈਂ 2.5 ਘੰਟੇ ਪਰਮੇਸ਼ਰ ਦਾ ਪ੍ਰਭੂ ਦਾ ਨਾਮ ਜਪਾਂ। ਸੋ ਜਦੋਂ ਇਸ ਵਕਤ ਬਾਪੂ ਜੀ ਦਾ ਸਮਾਂ ਆਇਆ, ਬੀਬੀ ਜੀ ਦੇ ਪਿਤਾ ਜੀ ਦਾ, ਇਹਨਾਂ ਨੂੰ ਕਹਿਣ ਲੱਗੇ ਕਿ ਬਾਬਾ ਨਹੀਂ ਆਇਆ। ਲੋਹਗੜ੍ਹ ਪਿੰਡ ਦੇ ਸੀਗੇ ਉਹ, ਨਾਰੰਗਵਾਲ ਦੇ ਕੋਲ ਦੇ, ਵੀ ਬਾਬਾ ਲੋਹਗੜ੍ਹੀਆ ਨਹੀਂ ਆਇਆ। ਇਹ ਕਹਿਣ ਲੱਗੇ ਆਏ ਨਹੀਂ ਹੈ। ਚੰਗਾ, ਕਹਿੰਦੇ ਤੁਸੀਂ ਜਾਓ, ਸਾਡਾ ਹਿਸਾਬ ਕਿਤਾਬ ਹੋ ਗਿਆ ਪੂਰਾ, ਸਵੇਰੇ ਆ ਜਾਓ। ਗੱਲ ਵਿੱਚੋਂ ਦੱਸੀ ਨਾ ਵੀ ਅਸੀਂ ਅੱਜ ਸਰੀਰ ਛੱਡ ਦੇਣਾ। ਕਹਿੰਦੇ ਜਾਓ ਸਾਰੇ, ਸਵੇਰੇ ਆ ਜਾਓ ਤੁਸੀਂ। ਕਹਿੰਦੇ ਅਸੀਂ ਬਾਬੇ ਲੋਹਗੜ੍ਹੀਏ ਨੂੰ ਉਡੀਕਦੇ ਹਾਂ। ਜਦ ਹਸਪਤਾਲ ਤੋਂ ਬਾਹਰ ਨਿਕਲਣ ਲੱਗੇ, ਕੀ ਦੇਖਦੇ ਹਾਂ ਬਾਬਾ ਜੀ ਦੇ ਹੱਥ ਵਿੱਚ ਗੜਬ ਹੈ ਤੇ ਗਲ ਵਿੱਚ ਚਿੱਟੀ ਮਾਲਾ ਪਾਈ ਹੋਈ ਹੈ, ਚਿੱਟੇ ਵਸਤਰ ਪਹਿਨੇ ਹੋਏ ਨੇ ਤੇ ਕਾਲੀ ਕਾਲੀ ਉਸ ਕਮਰੇ ਵੱਲ ਨੂੰ ਜਾ ਰਹੇ ਨੇ। ਨਾਲੇ ਵਾਪਸ ਆ ਗਏ, ਆਪਸ ਵਿੱਚ ਮਿਲੇ, ਕਹਿਣ ਲੱਗੇ ਬਾਬਾ ਜੀ ਬੜੀ ਦੇਰ ਲਾਤੀ ਤੁਸੀਂ। ਕਹਿੰਦੇ ਮੈਂ ਤਾਂ ਦੇਰ ਨਹੀਂ ਲਾਈ, ਤੁਸੀਂ ਉਹ ਦੇਰ ਲਾਈ ਹੈ। ਕਹਿੰਦੇ ਕਿੱਥੇ ਸੀਗੇ ਤੁਸੀਂ? ਕਹਿੰਦੇ ਅਸੀਂ ਤਾਂ ਲਾਲਾ ਮੂਸੇ ਰਾਵਲਪਿੰਡੀ ਦੇ ਕੋਲ ਸੀਗੇ, ਹੁਣੇ ਹੀ ਤੁਹਾਡਾ ਸੁਨੇਹਾ ਪਹੁੰਚਿਆ ਸੀ ਸਾਡੇ ਕੋਲ, ਕਿਉਂਕਿ ਉਧਰ ਸਰੀਰ ਛੱਡਣਾ ਸੀ ਉਹਨਾਂ ਨੇ ਤੇ ਉਹਨਾਂ ਦਾ ਇੰਤਜ਼ਾਰ ਕਰਦੇ ਸੀ। ਤੇ ਸੁਨੇਹਾ ਦਿੱਤਾ ਤੇ ਉਹ ਬਗੈਰ ਤਾਰ ਤੇ ਬਗੈਰ ਟੈਲੀਗ੍ਰਾਮ ਤੇ ਸੁਨੇਹਾ ਪਹੁੰਚਦਾ ਹੈ। ਸਮਾਂ ਬਹੁਤ ਥੋੜ੍ਹਾ ਹੈ ਤੇ ਉਹਦੇ ਨਾਲ ਆਪ ਕਿੰਨੀ ਛੇਤੀ ਉੱਧਰੋਂ ਗੱਲ ਕਰਦੇ ਨੇ, ਉੱਧਰੋਂ ਹਸਪਤਾਲ ਦੇ ਦਰਵਾਜ਼ੇ ਮੂਹਰੇ ਪਹੁੰਚ ਜਾਂਦੇ ਨੇ। ਇਸੇ ਤਰ੍ਹਾਂ ਦੇ ਨਾਲ ਇੱਕ ਹੋਰ ਮਹਾਤਮਾ ਸੀ ਬਾਬਾ ਮੋਹਨ ਜੀ, ਮਸਤਾਨਾ ਉਹਨਾਂ ਨੂੰ ਕਿਹਾ ਜਾਂਦੇ ਸੀ, ਉਹ ਵੀ ਨਾਮਧਾਰੀ ਸਿੰਘ ਸੀ। ਬਾਬਾ ਪ੍ਰਤਾਪ ਸਿੰਘ ਜੀ ਗੁਰਦਾਸਪੁਰ ਗਏ ਹੋਏ ਨੇ। ਜਦ ਵਾਪਸ ਭੈਣੀ ਸਾਹਿਬ ਨੂੰ ਆਉਂਦੇ ਨੇ ਤਾਂ ਕਹਿਣ ਲੱਗੇ ਜੀ ਮੈਨੂੰ ਵੀ ਨਾਲ ਲੈ ਚੱਲੋ। ਉਹ ਕਹਿੰਦੇ ਮਸਤਾਨਿਆਂ ਜਗ੍ਹਾ ਨਹੀਂ ਹੈ, ਕਾਰ ਭਰੀ ਹੋਈ ਹੈ, ਤੂੰ ਕਿਸੇ ਸਵਾਰੀ ਤੇ ਆ ਜੀ। ਚੰਗਾ ਜੀ, ਕਹਿੰਦਾ ਜੇ ਸਵਾਰੀ ਦਾ ਹੁਕਮ ਹੈ ਤਾਂ ਅਸੀਂ ਸਵਾਰੀ ਤੇ ਹੀ ਆ ਜਾਵਾਂਗੇ। ਜਿਸ ਵਾਰ ਇਹ ਭੈਣੀ ਸਾਹਿਬ ਪਹੁੰਚਦੇ ਨੇ, ਕੀ ਦੇਖਦੇ ਆ ਕਿ ਦੀਵਾਨ ਲੱਗਿਆ ਹੋਇਆ ਤੇ ਉਹ ਕੀਰਤਨ ਕਰ ਰਿਹਾ। ਉਸ ਵੇਲੇ ਚਲੇ ਗਏ, ਜਾ ਕੇ ਪੁੱਛਿਆ ਵੀ ਕਿੰਨੀ ਦੇਰ ਹੋ ਗਈ ਇਸ ਨੂੰ ਆਏ ਨੂੰ? ਕਹਿੰਦੇ ਜੀ ਇਹ ਤਾਂ 3 ਘੰਟੇ ਤੋਂ ਇੱਥੇ ਦੀਵਾਨ ਲੱਗਿਆ ਤੇ 3 ਘੰਟੇ ਦੇ ਕੀਰਤਨੇ ਕਰੀ ਜਾਂਦੇ ਨੇ। ਕਹਿਣ ਲੱਗੇ ਕੀਰਤਨ ਤੋਂ ਬਾਅਦ ਸਾਡੇ ਕੋਲ ਲੈ ਕੇ ਆਇਓ।
ਉਸ ਵੇਲੇ ਜਦੋਂ ਲੈ ਕੇ ਜਾਂਦੇ ਨੇ ਤਾਂ ਬਾਬਾ ਜੀ ਬੜੇ ਨਾਰਾਜ਼ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਡੰਡਾ ਚੱਕਿਆ ਉਹਨਾਂ ਨੇ, ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ, ਉਹ ਪ੍ਰੇਮੀਆਂ, ਤੂੰ ਸਾਨੂੰ ਇਹ ਸ਼ਕਤੀਆਂ ਦਿਖਾਉਣ ਲੱਗ ਗਿਆ, ਤਾਂ ਫਿਰ ਅਸੀਂ ਵੀ ਕਾਰ ਨਾਲ ਜਾਇਆ ਕਰੀਏ, ਤੇਰੇ ਮੰਗਣੇ ਅਸੀਂ ਆ ਜਾਇਆ ਕਰੀਏ। ਸੋ ਇਹ ਬਹੁਤ ਸਾਰੇ ਮਿਸਾਲਾਂ ਨੇ ਜਿਹੜੀਆਂ ਹੁਣ ਤੱਕ ਵੀ ਚੱਲਦੀਆਂ। ਇਹ ਕਪੂਰਥਲੇ ਦੇ ਹੋਰ ਮਹਾਤਮਾ ਸੀ ਜਿਨ੍ਹਾਂ ਦਾ ਨਾਮ ਹਰਨਾਮ ਸਿੰਘ ਸੀ। ਉਹਨਾਂ ਦਾ ਜੋ ਸੇਵਕ ਸੀ ਇੱਥੇ ਸੈਕਟਰੀਏਟ ਦੇ ਵਿੱਚ ਭਾਈ ਸਾਧੂ ਸਿੰਘ ਨਾਮ ਕਰਕੇ ਚੜ੍ਹਾਈ ਕਰ ਗਏ। ਉਹ ਬੜੇ ਚੰਗੇ ਗੁਰਮੁਖ ਸੀ। ਉਹ ਦੱਸਦੇ ਸੀ ਕਿ ਮੈਂ ਉਹਨਾਂ ਦੀ ਸੇਵਾ ਕਰਿਆ ਕਰਦਾ ਸੀ। ਇੱਕ ਵਾਰੀ ਪਿੰਡ ਨੇ ਕਿਹਾ ਕਿ ਬਾਬਾ ਜੀ ਗੰਗਾ ਦਾ ਇਸ਼ਨਾਨ ਆ ਗਿਆ ਤੇ ਤੁਸੀਂ ਵੀ ਚੱਲੋ। ਕਹਿਣ ਲੱਗੇ, ਚੰਗਾ ਤੁਸੀਂ ਚੱਲੋ ਤੇ ਅਸੀਂ ਆਵਾਂਗੇ। ਜਿਸ ਵਕਤ ਇਸ਼ਨਾਨ ਕਰਨ ਦਾ ਸਮਾਂ ਆਇਆ ਤਾਂ ਉਸ ਵੇਲੇ ਕੀ ਦੇਖਦੇ ਆ ਕਿ ਬਾਬਾ ਹਰਨਾਮ ਸਿੰਘ ਜੀ ਸੰਗਤਾਂ ਦੇ ਨਾਲ ਇਸ਼ਨਾਨ ਕਰਦੇ ਆ। ਪੁੱਛਦੇ ਨੇ, ਤੁਸੀਂ ਕਿਵੇਂ ਆ ਗਏ, ਕਾਹਦੇ ਤੇ ਆ ਗਏ, ਸਾਡੇ ਮਗਰੇ ਪਿੱਛੋਂ ਹੀ ਤੁਰ ਪਏ ਸੀ। ਉਹ ਜਵਾਬ ਨਹੀਂ ਕੋਈ ਦਿੰਦੇ ਤੇ ਇੱਧਰਲੇ ਪਾਸੇ ਇਸ਼ਨਾਨ ਕਰਨ ਤੋਂ ਬਾਅਦ ਆਪਣਾ ਗੜਵਾ ਭਰਿਆ ਵਾਪਸ ਕਪੂਰਥਲੇ ਆ ਜਾਂਦੇ ਨੇ। ਇੱਥੇ ਆ ਕੇ ਉਹ ਸਾਧੂ ਨੂੰ ਕਹਿਣ ਲੱਗੇ ਕਿ ਲੈ ਪ੍ਰੇਮੀਆ, ਮੈਂ ਥੋੜ੍ਹਾ ਜਿਹਾ ਪਾਣੀ ਲਿਆਇਆ ਤੇ ਤੂੰ ਵੀ ਹੋਰ ਪਾਣੀ ਪਾ ਕੇ ਇਸ਼ਨਾਨ ਕਰ ਲੈ। ਕਹਿੰਦੇ, ਬਾਬਾ ਜੀ ਕਿੱਥੇ ਗਏ ਸੀ? ਕਹਿੰਦੇ, ਅਸੀਂ ਗੰਗਾ ਇਸ਼ਨਾਨ ਕਰਕੇ ਆਏ ਹਾਂ। ਸੋ ਇਸੇ ਤਰ੍ਹਾਂ ਦੇ ਨਾਲ ਸਾਰਿਆਂ ਨੇ ਕਿਹਾ, ਬਹੁਤ ਸੰਗਤ ਬੈਠੀ ਸੀ। ਇਹ ਹੋ ਗਿਆ ਕਿ ਜਦੋਂ ਆਉਣਗੇ ਉਸ ਵੇਲੇ ਪੁੱਛਾਂਗੇ। ਜਦੋਂ ਸੰਗਤ ਆਈ ਇਸ ਪਿੰਡ ਦੀ, ਕਹਿਣ ਲੱਗੇ, ਬਾਬਾ ਜੀ ਸਾਨੂੰ ਵਿਚਾਲੇ ਹੀ ਛੱਡ ਕੇ ਆ ਗਏ। ਪਤਾ ਹੀ ਨਹੀਂ ਹੈ, ਕੱਪੜੇ ਕੁਪੜੇ ਪਾਉਂਦੇ ਸੀ, ਖੋਣੀ ਕਿੱਧਰ ਨੂੰ ਚਲੇ ਗਏ। ਪੁੱਛਣ ਲੱਗੇ, ਕਹਿੰਦੇ, ਬਾਬਾ ਜੀ ਤੁਸੀਂ ਕਿੱਥੇ ਚਲੇ ਗਏ ਸੀ? ਬੜੀ ਛੇਤੀ ਤੁਸੀਂ ਸਾਤੇ ਪਹਿਲਾਂ ਹੀ ਪਹੁੰਚ ਗਏ। ਇਸ ਤਰ੍ਹਾਂ ਦੀਆਂ ਮਿਸਾਲਾਂ ਨੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੇ ਕੌਤਕ ਕਰਿਆ ਹੈ ਤਾਂ ਉਹ ਕੋਈ ਸਾਡੇ ਵਾਸਤੇ ਸਬਕ ਸੀਗਾ, ਕਿਉਂਕਿ ਹਰ ਬੰਦਾ ਸ਼ਕਤੀ ਵਾਲਾ ਨਹੀਂ ਹੁੰਦਾ। ਮਨੁੱਖੀ ਤੌਰ ਦੇ ਉੱਤੇ ਮਨੁੱਖਾਂ ਨੂੰ ਮਜ਼ਬੂਤ ਕਰਨ ਵਾਸਤੇ ਗੁਰੂ ਮਹਾਰਾਜ ਦਾ ਸਾਰਾ ਜੀਵਨ ਹੈ। ਇਸੇ ਕਰਕੇ ਵਿਚਿੱਤਰ ਨਾਟਕ ਲਿਖਿਆ, ਕਿਉਂਕਿ ਸਾਰੀਆਂ ਸ਼ਕਤੀਆਂ ਹੁੰਦੇ ਹੋਏ ਜਿਵੇਂ ਫਿਲਮ ਹੋਇਆ ਕਰਦੀ ਹੈ, ਉਹਦਾ ਡਾਇਰੈਕਟਰ ਜਿਹੜਾ ਹੈ, ਉਹਦਾ ਚਾਲਕ ਜਿਹੜਾ ਹੈ, ਉਹ ਕਈ ਵਾਰੀ ਐਸਾ ਹੁੰਦਾ ਕਿ ਪਾਰਟ ਲੈ ਲੈਂਦਾ, ਕਿਸੇ ਚੋਰ ਦਾ ਲੈ ਲਿਆ, ਕਿਸੇ ਹੋਰ ਚੀਜ਼ ਦਾ ਲੈ ਲਿਆ, ਪੁਲਿਸ ਫੜੀ ਫਿਰਦੀ ਹੈ, ਕੁੱਟਦੀ ਹੈ, ਉਸ ਨੂੰ ਮਾਰਦੀ ਹੈ, ਪਰ ਉਹ ਪਾਰਟ ਐਕਟਿੰਗ ਪੂਰੀ ਕਰਨ ਵਾਸਤੇ ਆਪਣਾ ਅਧਿਕਾਰ ਨਹੀਂ ਵਰਤਦਾ, ਨਹੀਂ ਤਾਂ ਫਿਲਮ ਗਲਤ ਹੋ ਜਾਂਦੀ ਹੈ। ਇਸੇ ਤਰ੍ਹਾਂ ਦੇ ਨਾਲ ਜੋ ਸਤਿਪੁਰਸ਼ ਸਰਵ ਕਲਾ ਸ਼ਕਤੀਆਂ ਦੇ ਸੰਪੰਨ ਹੋਇਆ ਕਰਦੇ ਨੇ, ਉਹਨਾਂ ਦੇ ਜਦੋਂ ਅਸੀਂ ਜੀਵਨ ਵੇਖਦੇ ਹਾਂ ਉਸ ਵੇਲੇ ਸਾਡੇ ਮਨ 'ਚ ਸ਼ੰਕਾ ਪੈਦਾ ਹੋ ਜਾਂਦਾ ਹੈ ਬਈ ਗੁਰੂ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਠੀਕ ਹੈ, ਪ੍ਰਹਲਾਦ ਨੂੰ ਔਖੀ ਘੜੀ ਨਹੀਂ ਦੇਖਣ ਦਿੱਤੀ, ਥੰਮਾਂ ਦੇ ਨਾਲ ਲਾਉਂਦੇ ਨੇ, ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਨਾਮਦੇਵ ਜੀ ਨੂੰ ਔਖੀ ਘੜੀ ਨਹੀਂ ਦੇਖਣ ਦਿੱਤੀ, ਜਿਸ ਵਕਤ ਗਊ ਜਿਉਂਦੀ ਕਰਨ ਵਾਸਤੇ ਕਿਹਾ, ਤੇ 7 ਘੜੀਆਂ 3 ਪਹਿਰ ਦਾ ਜਿਸ ਵਕਤ ਕਿਹਾ ਵੀ 3 ਪਹਿਰਾਂ 'ਚ ਜਿਉਂਦੀ ਕਰਦੇ, ਨਹੀਂ ਤੈਨੂੰ ਇੱਥੇ ਹੀ ਮਾਰ ਦਾਂਗੇ। ਉਸ ਵੇਲੇ ਉਹਨੂੰ ਔਖੀ ਘੜੀ ਦੇਖਣ ਨਹੀਂ ਦਿੱਤੀ। ਪਰਮੇਸ਼ਰ ਆਪ ਪ੍ਰਗਟ ਹੋ ਕੇ ਗਊ ਜਿਉਂਦੀ ਕੀਤੀ, ਤੇ ਉਸ ਦੇ ਨਾਲ ਜੋ ਬਾਦਸ਼ਾਹ ਸੀ ਉਹਦੇ ਐਡਾ ਦਰਦ ਹੋਇਆ ਕਿ ਆ ਕੇ ਨਾਮਦੇਵ ਜੀ ਦੀ ਸ਼ਰਨੀ ਇਹ ਕਹਿ ਕੇ ਪੈਣਾ ਪਿਆ ਉਹਨੂੰ, ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਸੇਵਕ ਬਣਿਆ, ਉਹਨਾਂ ਦਾ ਭੇਟਾ ਦਿੱਤੀਆਂ, ਇੱਕ ਪਲੰਗ ਦਿੱਤਾ ਹੀਰਿਆਂ ਜਵਾਹਰਾਤ ਦੇ ਨਾਲ ਜੁੜਿਆ ਹੋਇਆ। ਇਸ ਤਰ੍ਹਾਂ ਹੀ ਕਬੀਰ ਸਾਹਿਬ ਦੇ ਨਾਲ ਵੀ ਜਿਸ ਵਾਰ ਪਾਣੀ 'ਚ ਸਿੱਟਦੇ ਨੇ, ਪਾਣੀ ਡੋਬਦਾ ਨਹੀਂ ਹੈ। ਅੱਗ ਵਿੱਚ ਬਿਠਾ ਦਿੱਤਾ, ਅੱਗ ਨੇ ਜਾਲਿਆ ਨਾ, ਧਰਤੀ 'ਚ ਦੱਬ ਦਿੱਤਾ, ਧਰਤੀ ਨੇ ਥੱਲੇ ਨਾ ਰੱਖਿਆ। ਫਿਰ ਵਜ੍ਹਾ ਕੀ ਹੈ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਨਿਵਾਂ 'ਚ ਚਿਣਿਆ ਜਾਂਦਾ ਸੀ ਉਸ ਵੇਲੇ ਔਖੀ ਘੜੀ ਕਿਉਂ, ਇਹ ਸ਼ਬਦ ਕਿੱਥੇ ਚਲਿਆ ਗਿਆ ਵੀ ਉਹਨਾਂ ਨੂੰ ਔਖੀ ਘੜੀ ਕਿਉਂ ਦੇਖਣੀ ਪਈ, ਕਿਉਂ ਇੰਨਾ ਬੇਰਹਿਮੀ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ, ਇੰਨਾ ਟੌਰਚਰ ਦਿੱਤਾ। ਸੋ ਇਹ ਚੀਜ਼ਾਂ ਨੇ ਕੁਝ ਜਿਹੜੀਆਂ ਸਾਨੂੰ ਵਿਚਾਰਨੀਆਂ ਪੈਂਦੀਆਂ, ਤੇ ਤਰਕ ਵਾਲੇ ਤਰਕਸ਼ੀਲ ਮਨ ਨੂੰ ਇਹ ਤਰਕ ਦੇ ਵਿੱਚ ਲੈ ਜਾਂਦੀਆਂ। ਤੇ ਗੁਰੂ ਮਹਾਰਾਜ ਇੰਨੀਆਂ ਸ਼ਕਤੀਆਂ ਦੇ ਹੁੰਦੇ ਹੋਏ ਫਿਰ ਉਹਨਾਂ ਦੀ ਰਾਖੀ ਨਾ ਜੇ ਕਰ ਸਕੇ, ਫਿਰ ਸਾਡੀ ਰਾਖੀ ਕਿਵੇਂ ਕਰਨਗੇ ਉਹ? ਤਰਕਸ਼ੀਲ ਜੋ ਮਨ ਹੈ, ਜਿਹਨੂੰ ਇਸ ਗੱਲ ਦੀ ਨਾ ਸੋਝੀ ਆਵੇ ਸਾਧ ਸੰਗਤ ਜੀ, ਉਹਦੇ ਅੱਗੇ ਇੱਕ ਬੜੀ ਦੀਵਾਰ ਬਣ ਜਾਂਦੀ ਹੈ, ਤਰਕ ਲੰਘ ਜਾਂਦੀ ਹੈ।
ਵੀ ਉਹਨਾਂ ਨੇ ਤਾਂ ਆਪਦੀ ਉਹ ਰਾਖੀ ਨਾ ਕਰੀ। ਗੁਰੂ ਪੰਜਵੇਂ ਪਾਤਸ਼ਾਹ ਨੇ ਆਪਣੀ ਰਾਖੀ ਨਾ ਕਰੀ। ਤਵੀਆਂ ਤੇ ਬੈਠ ਕੇ ਦੇਗਾਂ 'ਚ ਬਾਲੇ ਗਏ। ਭਾਈ ਦਿਆਲਾ ਦੇਗਾਂ 'ਚ ਬਾਲਿਆ ਗਿਆ ਸਾਹਮਣੇ ਗੁਰੂ ਨੌਵੇਂ ਪਾਤਸ਼ਾਹ ਦੇ, ਉਹਨਾਂ ਦੀ ਰਾਖੀ ਨਾ ਕਰੀ। ਭਾਈ ਮਤੀ ਦਾਸ ਸਾਰੇ ਨਾਲ ਚੀਰਿਆ ਗਿਆ ਤੇ ਉਹਨਾਂ ਦੀ ਰਾਖੀ ਨਾ ਕਰੀ। ਇਹ ਸਾਡੇ ਅੰਦਰ ਖਿਆਲ, ਨਾਸਤਿਕ ਖਿਆਲਾਤ ਪੈਦਾ ਕਰ ਦਿੰਦੇ ਨੇ, ਕਿਉਂਕਿ ਸਾਨੂੰ ਪਤਾ ਨਹੀਂ ਹੈ ਵੀ ਇਹ ਗੱਲ ਕੀ ਹੋਈ। ਇਹ ਗੱਲ ਸਾਨੂੰ ਵਿਚਾਰਨੀ ਪੈਂਦੀ ਹੈ ਬਹੁਤ ਗਹਿਰੇ ਜਾ ਕੇ ਵੀ ਇਹ ਕਿਉਂ ਨਹੀਂ ਹੋਇਆ। ਕੀ ਉਹਨਾਂ ਨੇ ਫੁਰਨਾ ਹੀ ਨਹੀਂ ਕਰਿਆ, ਜਾਂ ਉਹ ਇਸੇ ਤਰ੍ਹਾਂ ਦਾ ਨਾਟਕ ਉਹਨਾਂ ਨੂੰ ਮਿਲਿਆ ਹੋਇਆ ਸੀ, ਯਾਰ ਉਹ ਜਾਣਦੇ ਸੀ। ਚਾਰ ਕਿਸਮ ਦੇ ਭਗਤ ਹੋਇਆ ਕਰਦੇ ਨੇ। ਇੱਕ ਆਰਤ ਭਗਤ ਹੋਇਆ ਕਰਦੇ ਨੇ, ਇੱਕ ਭਗਤ ਹੁੰਦੇ ਨੇ ਜਿਹਨੂੰ ਅਰਥਾਰਥੀ ਕਹਿੰਦੇ ਨੇ। ਲੋੜ ਵੇਲੇ ਜਿਸ ਨੇ ਭਗਤ ਬਣਨਾ। ਆਰਤ ਭਗਤ ਜਿਵੇਂ ਧਰੂਣ ਸੀ, ਬੇਅਦਬੀ ਹੋਈ, ਥੱਪੜ ਪਏ, ਮਾਂ ਨੇ ਮਤੇਈ ਮਾਂ ਨੇ ਖਿੱਚ ਕੇ ਕੱਢ ਦਿੱਤਾ, ਰਾਜ ਦਾ ਹੱਕ ਜੋ ਸੀ ਉਹ ਲੈ ਲਿਆ ਤੇ ਉਸਨੇ ਭਗਤੀ ਸ਼ੁਰੂ ਕੀਤੀ। ਇਸੇ ਤਰ੍ਹਾਂ ਅਰਥਾਰਥੀ ਹੋਇਆ ਕਰਦੇ ਆ। ਪੈਸੇ ਟਕੇ ਦੀ ਲੋੜ ਕਿਸੇ ਕੰਮ ਦੇ ਵਾਸਤੇ ਭਗਤੀ ਕਰਦੇ ਕਰਦੇ ਭਗਤੀ ਪਹੁੰਚ ਜਾਂਦੇ। ਤੀਸਰੇ ਪ੍ਰੇਮੀ ਭਗਤੀ ਹੋਇਆ ਕਰਦੇ ਆ, ਆਨੰਦ ਭਗਤ ਉਹਨਾਂ ਨੂੰ ਕਹਿੰਦੇ ਨੇ। ਚੌਥੇ ਗਿਆਨੀ ਭਗਤ ਹੋਇਆ ਕਰਦੇ ਨੇ। ਗਿਆਨੀ ਭਗਤ ਜਿਹੜਾ ਹੈ ਉਹਦੇ ਵਾਸਤੇ ਦੇਹ ਕੁਛ ਵੀ ਨਹੀਂ ਮਾਇਨੇ ਰੱਖਦੀ, ਕਿਉਂਕਿ ਉਹਨੂੰ ਸਦਾ ਦਾ ਜੀਵਨ ਪ੍ਰਾਪਤ ਹੋਇਆ ਹੁੰਦਾ। ਉਹਨੂੰ ਪਤਾ ਹੁੰਦਾ ਵੀ ਇਹ ਦੇਹ ਤਾਂ ਇੱਕ ਕੱਪੜਾ ਹੈ, ਕੱਪੜੇ ਨੇ ਪਾਟਣਾ ਹੀ ਪਾਟਣਾ ਹੈ, ਕੱਪੜੇ ਨੂੰ ਲਾਉਣਾ ਹੀ ਲਾਉਣਾ ਹੈ, ਰੱਖਣਾ ਨਹੀਂ ਹੈ। ਗੁਰੂ ਘਰ ਦੇ ਅੰਦਰ ਜਿੰਨੇ ਵੀ ਗੁਰਸਿੱਖ ਹੋਏ ਨੇ, ਚਾਹੇ ਭਾਈ ਮਨੀ ਸਿੰਘ ਹੈ, ਚਾਹੇ ਬਾਬਾ ਦੀਪ ਸਿੰਘ ਹੈ, ਚਾਹੇ ਭਾਈ ਮਤੀ ਦਾਸ ਹੈ, ਭਾਈ ਦਿਆਲਾ ਹੈ, ਇਹ ਸਾਰੇ ਗਿਆਨੀ ਭਗਤ ਸੀਗੇ। ਇਹ ਪਰਮੇਸ਼ਰ ਦੇ ਨਾਲ ਹੀ ਕਿਵੇਂ ਇੱਕ ਹੋਏ ਹੋਏ ਸੀ। ਵਾਹਿਗੁਰੂ ਇਹਨਾਂ ਦੇ ਵਾਸਤੇ ਕੋਈ ਹੋਰ ਵੱਖਰੇ ਥਾਂ ਰਹਿਣ ਵਾਲਾ ਨਹੀਂ ਸੀ। ਸਵਾਸ ਸਵਾਸ ਦੇ ਵਿੱਚ ਰਹਿ ਕੇ ਇਹ ਆਪਣਾ ਆਪਾ ਭਾਵ ਮਿਟਾ ਕੇ ਇਹ ਪਰਮੇਸ਼ਰੇ ਸੀ, ਜਿਨ੍ਹਾਂ ਨੇ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈਂ ਜੇ। ਜਿਹੜੇ ਤਿੰਨ ਕਿਸਮ ਦੇ ਭਗਤ ਹੁੰਦੇ ਨੇ ਉਹ ਵਾਹਿਗੁਰੂ ਨੂੰ ਵੱਖਰਾ ਜਾਣ ਕੇ ਸਾਕਾਰ ਦੀ ਭਗਤੀ ਕਰਦੇ ਨੇ। ਗੁਰੂ ਨਾਨਕ ਨੂੰ ਵੱਖਰਾ ਜਾਣ ਕੇ ਉਹਦੀ ਭਗਤੀ ਕਰਦੇ ਨੇ। ਜੋ ਗਿਆਨੀ ਭਗਤ ਹੁੰਦੇ ਨੇ ਉਹ ਪਰਮੇਸ਼ਰ ਨੂੰ ਵੱਖਰਾ ਨਹੀਂ ਜਾਣਦੇ, ਉਹ ਆਪ ਖਤਮ ਹੋ ਜਾਂਦੇ ਨੇ। ਕੇਵਲ ਉਹਨਾਂ ਦੇ ਸਰੀਰ ਵਿੱਚ ਪ੍ਰਭੂ ਹੀ ਰਹਿ ਜਾਇਆ ਕਰਦਾ ਹੈ, ਆਪਣਾ ਆਪਾ ਨਹੀਂ ਹੋਇਆ ਕਰਦਾ। ਦੇਖਣ ਵਾਸਤੇ, ਗੱਲਾਂ ਕਰਨ ਵਾਸਤੇ ਲੱਗਿਆ ਕਰਦਾ ਵੀ ਇਹ ਭਾਈ ਮਨੀ ਸਿੰਘ ਹੈ, ਫਲਾਣੇ ਸੰਤ ਹੈ, ਫਲਾਣਾ ਹੈ। ਦਰਅਸਲ ਉਹ ਮਿਟ ਗਏ ਹੁੰਦੇ ਨੇ, ਉਹਨਾਂ ਤੋਂ ਕੋਈ ਫੁਰਨਾ ਨਹੀਂ ਹੋਇਆ ਕਰਦਾ। ਸੋ ਜਿੱਥੇ ਦੁਆਇਤ ਹੈ, ਦੁਜੈਗੀ ਹੈ, ਉਸ ਥਾਂ ਦੇ ਉੱਤੇ ਉਹਦਾ ਫੁਰਨਾ ਹੁੰਦਾ ਹੈ ਕਿ ਮੇਰੀ ਰਾਖੀ ਹੋਵੇ, ਪ੍ਰਭੂ ਮੇਰੀ ਸਹਾਇਤਾ ਕਰੇ। ਜਦੋਂ ਇਹ ਦੂਜਾ ਕਹਿੰਦਾ ਹੈ ਉਸ ਵੇਲੇ ਪ੍ਰਭੂ ਆ ਕੇ ਰਾਖੀ ਕਰਦਾ, ਕਿਉਂਕਿ ਉਹਦਾ ਜਨ ਹੁੰਦਾ। ਜਿਹੜਾ ਉਹਦਾ ਰੂਪ ਬਣ ਗਿਆ ਉਹ ਆਪੇ ਹੀ ਹੁੰਦਾ। ਉੱਥੇ ਨਾ ਕੁਛ ਮਰਦਾ ਹੈ ਨਾ ਕੁਛ ਜੰਮਦਾ ਹੈ, ਉਹ ਤਾਂ ਇੱਕ ਚਰਿੱਤਰ ਹੁੰਦਾ, ਆਪਣਾ ਚਰਿੱਤਰ ਆਪ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਜੋ ਸਾਹਿਬਜ਼ਾਦਿਆਂ ਦਾ ਸੀ, ਸਾਹਿਬਜ਼ਾਦੇ ਪੂਰਨ ਬ੍ਰਹਮ ਗਿਆਨੀ ਸੀਗੇ, ਕੋਈ ਬੱਚੇ ਨਹੀਂ ਸੀ ਅਣਜਾਣ। ਉਹ ਸਾਰੀਆਂ ਸ਼ਕਤੀਆਂ ਸੰਪੰਨ ਸੀ। ਆ ਜਿਹੜੀਆਂ ਕਵੀਆਂ ਨੇ ਗੱਲਾਂ ਲਿਖੀਆਂ ਕਿ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ, ਇਹ ਗੱਲਾਂ ਨਹੀਂ, ਇਹ ਤਾਂ ਬਾਅਦ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਹੈ ਵੀ ਉੱਥੇ ਹੋਇਆ ਕੀ। ਮਾਹੀ ਨੇ ਆ ਕੇ ਇਹ ਗੱਲਬਾਤ ਦੱਸੀ ਹੈ ਵੀ ਇਸ ਤਰ੍ਹਾਂ ਟਾਕ ਹੋਈ ਸੀ। ਉਹ ਟਾਕ ਦੇ ਵਿੱਚ ਨਹੀਂ ਆਉਂਦੀ ਕੋਈ ਵੀ ਗੱਲ ਐਸੀ। ਤੇ ਫਿਰ ਇਹ ਆਪਣੇ ਮਨ ਦੀ ਕਮਜ਼ੋਰੀ ਦੇ ਨਾਲ ਇਹ ਲਿਖ ਦਿੰਦੇ ਨੇ ਕਿ ਜੀ ਮਾਤਾ ਜੀ ਨੇ ਬੁਰਜ ਤੋਂ ਛਾਲ ਮਾਰੀ। ਕੋਈ ਕਹਿੰਦਾ ਹੈ, ਬਹੁਤੇ ਜਿਹੜੇ ਅੱਜ ਕੱਲ੍ਹ ਦੇ ਪ੍ਰੋਫੈਸਰ ਹੈ ਕਹਿੰਦੇ ਜੀ ਹਾਰਟ ਫੇਲ ਹੋ ਗਿਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਗੁਰਮੁਖ ਮਾਤਾ ਜੀ 28 ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤਪੱਸਿਆ ਕਰਦੇ ਸੀ। ਉਹਨਾਂ ਤੇ ਦਰਵਾਜ਼ੇ ਤੇ ਪਹਿਰਾ ਵੀ ਦਿੱਤਾ, ਪ੍ਰਸ਼ਾਦਾ ਪਾਣੀ ਵੀ ਲਾਇਆ, ਵਸਤਰ ਵੀ ਧੋਤੇ, ਸੇਵਾ ਵੀ ਕੀਤੀ, ਤੇ ਨਾਲ 28 ਸਾਲ ਉੱਡੀਓ ਤਪੱਸਿਆ ਕੀਤੀ ਆਪ ਨੇ। ਘੱਟ ਨਹੀਂ ਸੀ ਤਪੱਸਿਆ। ਉਹ ਮਾਤਾ ਜਿਸ ਦੇ ਪੇਟ 'ਚੋਂ ਗੁਰੂ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਹੋਵੇ, ਉਸ ਮਾਤਾ ਨੂੰ ਇੰਨਾ ਛੋਟਾ ਲੈ ਜਾਣਾ ਇਤਿਹਾਸ ਦੀ ਕਿੱਡੀ ਬੜੀ ਭੁੱਲ ਹੈ। ਬੇਅੰਤ ਮਾਤਾਵਾਂ ਹੋਈਆਂ। ਇੱਕ ਮਾਤਾ ਜਿਸ ਦਾ ਨਾਮ ਇੰਦ ਕੌਰ ਸੀ,
ਉਹਦਾ ਪੁੱਤਰ ਬਿਸ਼ਨ ਸਿੰਘ ਨਾਮ ਦਾ 14 ਸਾਲ ਦਾ ਸੀ, ਜੋ ਨਾਮਧਾਰੀਆਂ ਦੇ ਵਿਦਰੋਹ ਵਿੱਚ ਫੜਿਆ ਗਿਆ ਤੇ ਮਲੇਰਕੋਟਲੇ ਦੇ ਸਾਕੇ ਦੇ ਵਿੱਚ ਉਸ ਨੂੰ ਵੀ ਤੋਪ ਨਾਲ ਉਡਾਉਣ ਦਾ ਹੁਕਮ ਹੋ ਗਿਆ। ਉਹ ਮਿਸਟਰ ਕਾਵਨ ਦੀ ਜੋ ਮੇਮ ਸੀ, ਜਦ ਉਹਨੇ ਬੱਚੇ ਵੱਲ ਦੇਖਿਆ, ਛੋਟੇ ਜਿਹੇ ਵੱਲ, ਬੜਾ ਹੀ ਸੁੰਦਰ ਬੱਚਾ, ਦੇਖ ਕੇ ਪਿਆਰ ਆ ਗਿਆ ਉਹਦੇ ਹਿਰਦੇ 'ਚ। ਉਹਨੇ ਆਪਣੇ ਹਸਬੈਂਡ ਨੂੰ ਕਿਹਾ, ਡੀਸੀ ਨੂੰ, ਕਿ ਤੂੰ ਇਸ ਬੱਚੇ ਨੂੰ ਕਿਉਂ ਤੋਪ ਨਾਲ ਉਡਾਉਣਾ ਹੈ? ਇਹਨੇ ਕੀ ਕਰਿਆ ਹੋਣਾ? ਨਿੱਕਾ ਜਿਹਾ ਬੱਚਾ ਹੈ, 14 ਸਾਲ ਦਾ, ਦੇਖ ਤਾਂ ਸਹੀ ਕਿੰਨਾ ਸੋਹਣਾ। ਉਹਨੇ ਹੁਕਮ ਕਰਤਾ ਵੀ ਇਹ ਬੱਚੇ ਨੂੰ ਛੱਡ ਦਿਓ। ਮਾਂ ਦੇ ਕੋਲ ਚਲਿਆ ਗਿਆ। ਬੱਚਾ ਬਹੁਤ ਉਦਾਸ ਹੋਇਆ, ਖੁਸ਼ੀ ਨਹੀਂ ਹੋਈ ਬੱਚੇ ਨੂੰ, ਉਦਾਸ ਹੋ ਗਿਆ। ਮਾਂ ਕਹਿਣ ਲੱਗੀ, ਬੇਟਾ ਤੈਨੂੰ ਕਿਉਂ ਛੱਡਤਾ? ਕਹਿੰਦਾ, ਮੈਨੂੰ ਪਤਾ ਨਹੀਂ ਕਿਉਂ ਛੱਡਤਾ। ਕਹਿੰਦੀ, ਤੂੰ ਜਾ ਕੇ ਸ਼ਹੀਦ ਹੋ। ਇਸ ਵੇਲੇ ਸ਼ਹੀਦਾਂ ਦਾ ਜੋ ਬੇੜਾ ਹੈ, ਸਮਝ ਲਓ ਵੀ ਹਵਾਈ ਜਹਾਜ਼ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਜਾਣ ਨੂੰ ਤਿਆਰ ਹੈ ਤੇ ਗੁਰੂ ਮਹਾਰਾਜ ਇੰਤਜ਼ਾਰ ਕਰ ਰਹੇ ਨੇ ਇਹਨਾਂ ਦੀਆਂ ਨੂੰਹਾਂ ਦਾ। ਕੰਨ ਦੇ ਵਿੱਚ ਗੱਲ ਕਹਿ ਦਿੱਤੀ। ਅੰਗਰੇਜ਼ ਦੇ ਕੋਲ ਆ ਗਿਆ ਮਿਸਟਰ ਕਾਵਨ, 6.5 ਫੁੱਟ ਲੰਮਾ ਜਵਾਨ ਸੀ। ਕਹਿਣ ਲੱਗਿਆ, ਮੈਂ ਇੱਕ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ। ਉਹ ਹੇਠਾਂ ਨੂੰ ਹੋ ਕੇ ਜਦ ਕੰਨ ਕੀਤਾ, ਉਸ ਬੱਚੇ ਨੇ ਦੋਵੇਂ ਹੱਥਾਂ ਦੇ ਨਾਲ ਉਹਦੀ ਦਾੜ੍ਹੀ ਫੜ ਲਈ। ਬਲ ਬੜਾ ਸੀ, ਬਥੇਰਾ ਛਡਾ ਰਹੇ ਤੇ ਉਹਨੇ ਛੱਡੀ ਨਾ। ਨਾਭੇ ਦਾ ਇੱਕ ਰਾਮ ਸਿੰਘ ਨਾਮ ਦਾ ਜਿਹਨੂੰ ਅੱਜ ਕੱਲ੍ਹ ਨਾਇਬ ਸੂਬੇਦਾਰ ਕਹਿੰਦੇ ਆ, ਉਸ ਨੇ ਆਪਣੀ ਕਿਰਚ ਕੱਢੀ ਤੇ ਉਸ ਦੀਆਂ ਦੋਵੇਂ ਬਾਹਾਂ ਕੱਟ ਦਿੱਤੀਆਂ। ਉਹਦੇ ਬਾਅਦ ਉਹਦੀ ਗਰਦਨ ਕੱਟ ਦਿੱਤੀ ਤੇ ਜਿਸ ਵਕਤ ਮਾਂ ਨੇ ਦੇਖਿਆ ਵੀ ਮੇਰਾ ਬੱਚਾ ਸ਼ਹੀਦ ਹੋ ਗਿਆ, ਉੱਥੇ ਹੀ ਜਕਾਰੇ ਬੁਲਾਉਣ ਲੱਗ ਗਈ, ਉੱਚੀ ਉੱਚੀ ਛਾਲਾਂ ਮਾਰੇ ਵੀ ਮੇਰੀ ਕੁੱਖ ਅੱਜ ਸਫਲੀ ਹੋ ਗਈ ਤੇ ਮੇਰਾ ਬੱਚਾ ਗੁਰੂ ਘਰ ਚਲੇ ਗਿਆ, ਪਤਾ ਨਹੀਂ ਵੱਡਾ ਹੋ ਕੇ ਕਿਤੇ ਨਾਸਤਕ ਬਣ ਕੇ ਮੈਨੂੰ ਲਾਹਨਤਾਂ ਪਵਾਉਂਦਾ। ਇੱਕ ਗੁਰਸਿੱਖ ਬੀਬੀ ਦਾ ਜੇ ਇਹ ਐਡਾ ਬੜਾ ਜਿਗਰਾ ਹੈ ਤਾਂ ਫਿਰ ਮਾਤਾ ਜੀ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਜੀ ਹਾਰਟ ਫੇਲ ਹੋ ਗਿਆ, ਗੱਲ ਸੁਣ ਕੇ ਸਹਿ ਨਾ ਸਕੇ। ਸੂਰਜ ਪ੍ਰਕਾਸ਼ ਲਿਖਿਆ ਹੋਇਆ ਹੈ ਕਿ ਜਦੋਂ ਟੋਡਰ ਮੱਲ ਆਉਂਦਾ ਤੇ ਮਾਤਾ ਜੀ ਉਹਨੂੰ ਕਹਿੰਦੇ ਆ ਕਿ ਸਾਡੀ ਅੰਗੂਠੀ ਜਿਹੜੀ ਹੀਰੇ ਵਾਲੀ ਸੀ ਉਹ ਰਹਿ ਗਈ, ਤੂੰ ਮੈਨੂੰ ਹੀਰਾ ਲੈ ਦੇ ਛੇਤੀ ਤਾਂ ਕਿ ਮੈਂ ਚੱਟ ਲਾਂ ਤੇ ਮੈਂ ਚੜ੍ਹਾਈ ਕਰ ਜਾ। ਲਿਖਾਰੀਆਂ ਨੇ ਜਦ ਇਹ ਜਿਹੀਆਂ ਗੱਲਾਂ ਲਿਖੀਆਂ, ਕਈਆਂ ਨੇ ਕਹਿਤਾ ਜੀ ਉੱਪਰੋਂ ਛੱਡ ਦਿੱਤੀ ਬੁਰਜ ਤੋਂ ਮਾਤਾ ਹੇਠਾਂ, ਧੱਕਾ ਦੇਤਾ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਇੱਕ ਐਸੀ ਅਵਸਥਾ ਹੁੰਦੀ ਹੈ ਭਜਨ ਕਰਨ ਵਾਲਿਆਂ ਦੇ ਵਿੱਚ ਕਿ ਜਿਸ ਵਕਤ ਵੀ ਜੀ ਕਰੇ ਉਸ ਵੇਲੇ, ਕਿਉਂਕਿ ਪੂਰਨ ਹੁੰਦੇ ਨੇ, ਪਰਾ ਲਫ਼ਜ਼ ਦਾ ਉਹਨਾਂ ਦੇ ਉੱਤੇ ਵਸ ਨਹੀਂ ਹੋਇਆ ਕਰਦਾ, ਮਰਜ਼ੀ ਦੇ ਨਾਲ ਜਾ ਸਕਦੇ ਨੇ, ਜਿਸ ਨੂੰ ਮਹਾਰਾਜ ਨੇ ਫਰਮਾਨ ਕਰਿਆ, ਗੁਰਮੁਖ ਆਵੈ ਜਾਏ ਨਿਸ਼ਾਨ। ਹਜ਼ਾਰ ਹਾਂ ਮਿਸਾਲਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਦੀਆਂ ਨੇ ਕਿ ਜਦੋਂ ਜੀ ਕਰਿਆ ਉਹਨਾਂ ਦਾ ਚੁੱਪ ਕਰਕੇ ਤੁਰ ਗਏ, ਤੁਰਿਆ ਹੋਇਆਂ ਨੂੰ ਬੁਲਾ ਲਿਆ, ਮੁੜ ਕੇ ਫੇਰ ਉਸੇ ਸਰੀਰ ਵਿੱਚ ਹਾਜ਼ਰ ਹੋ ਗਏ। ਭਾਈ ਦਿਆਲ ਸਿੰਘ ਜੀ ਮਹਾਰਾਜ ਜੀ ਦੇ ਕੋਲ ਬੈਠੇ ਨੇ, ਪ੍ਰਸ਼ਾਦਾ ਛਕ ਕੇ ਹਟੇ ਨੇ ਗੁਰੂ 10ਵੇਂ ਪਾਤਸ਼ਾਹ, ਤੇ ਆਪ ਨੂੰ ਇੱਕ ਕੰਬੜੀ ਜੀ ਆਈ, ਨਮਸਕਾਰ ਕਰਕੇ ਤੁਰ ਗਏ। ਗੁਪਤ ਰੱਖ ਲਈ ਗੱਲ, ਨਮਸਕਾਰ ਕਰਕੇ ਜਾ ਕੇ ਸਰੀਰ ਛੱਡ ਦਿੱਤਾ। ਸ਼ਬਦ ਪੜ੍ਹਨੇ ਸ਼ੁਰੂ ਹੋ ਗਏ ਤੇ ਮਹਾਰਾਜ ਜੀ ਨੇ ਕਿਹਾ, ਕੀ ਗੱਲ ਭਾਈ ਐਸੇ ਸ਼ਬਦ ਪੜ੍ਹੇ ਜਾ ਰਹੇ ਨੇ? ਕਹਿੰਦੇ, ਮਹਾਰਾਜ ਭਾਈ ਦਿਆਲ ਸਿੰਘ ਜੀ ਪਿਆਨਾ ਕਰ ਗਏ। ਕਹਿੰਦੇ, ਅੱਛਾ, ਸਾਨੂੰ ਦੱਸਿਆ ਹੀ ਨਹੀਂ ਜਾਣ ਵੇਲੇ, ਜਾਓ ਬੁਲਾਓ ਉਸ ਨੂੰ। ਉਸ ਵੇਲੇ ਜਾ ਕੇ ਆਵਾਜ਼ ਦਿੱਤੀ। ਜਿਸ ਵਕਤ ਆਵਾਜ਼ ਦਿੰਦੇ ਨੇ ਤਾਂ ਉਹ ਉਸੇ ਵੇਲੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਉੱਠ ਖੜ੍ਹੇ ਤਾਂ ਮਹਾਰਾਜ ਜੀ ਦੇ ਆ ਕੇ ਚਰਨਾਂ ਤੇ ਨਮਸਕਾਰ ਕਰੀ। ਕਹਿੰਦੇ, ਭਾਈ ਦਿਆਲ ਸਿੰਘਾ, ਸਾਰੀ ਜ਼ਿੰਦਗੀ ਆਪਾਂ ਇਕੱਠੇ ਰਹੇ, ਹਰ ਗੁਪਤ ਗੱਲ ਦੀ ਮੈਂ ਤੁਹਾਡੇ ਨਾਲ ਸਲਾਹ ਕਰਦਾ ਰਿਹਾ, ਜਿੱਥੇ ਔਖਾ ਸਮਾਂ ਉੱਥੇ ਮੈਂ ਤੁਹਾਨੂੰ ਭੇਜਦਾ ਰਿਹਾ, ਆ ਕੀ ਕਰਿਆ ਤੁਸੀਂ ਜਾਣ ਵੇਲੇ ਦੱਸਿਆ ਹੀ ਨਹੀਂ? ਕਹਿੰਦੇ, ਸੱਚੇ ਪਾਤਸ਼ਾਹ ਇੱਧਰ ਵੀ ਤੇਰਾ ਹੀ ਹੁਕਮ ਚੱਲਦਾ, ਉੱਧਰ ਵੀ ਤੇਰਾ ਹੀ ਚੱਲਦਾ, ਤੁਸੀਂ ਤਾਂ ਮੈਨੂੰ ਬੁਲਾਇਆ ਸੀ। ਉਹ ਸੰਗਤ ਵਿੱਚ ਇੱਕ ਗੱਲ ਪ੍ਰਗਟ ਕਰਕੇ ਦਿਖਾਉਣੀ ਸੀ। ਫਿਰ ਮਹਾਰਾਜ ਕਹਿਣ ਲੱਗੇ, ਚੰਗਾ, ਅਸੀਂ ਜੋ ਮਾਛੀਵਾੜੇ ਸ਼ਬਦ ਪੜ੍ਹਿਆ ਸੀ, ਸੁਨੇਹਾ ਦਿੱਤਾ ਸੀ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੇ ਅੱਜ ਸਾਡਾ ਫੇਰ ਤੂੰ ਜਾ ਕੇ ਕਹਿ ਦੀ। ਮਹਾਰਾਜ ਨੇ ਫੇਰ ਸ਼ਬਦ ਦਾ ਉਚਾਰਨ ਕਰਿਆ। ਭਾਈ ਦਿਆਲ ਸਿੰਘ ਜਾਂਦੇ ਨੇ, ਜਾ ਕੇ ਬੈਠ ਗਏ। ਉਸ ਵੇਲੇ ਆਪ ਨੇ ਸਰੀਰ ਛੱਡ ਦਿੱਤਾ। ਬਾਬਾ ਕਰਮ ਸਿੰਘ ਜੀ ਹੋਤੀ ਮੈਦਾਨ ਵਾਲਿਆਂ ਕੋਲ ਸੰਗਤਾਂ ਆ ਗਈਆਂ, ਆਪ ਨੇ ਤਿਆਰੀ ਕਰ ਲਈ ਕਿ ਸਰੀਰ ਛੱਡਣਾ। ਸੰਗਤ ਨੇ ਵੈਰਾਗ ਕਰਿਆ
ਬਾਬਾ ਲਾਲ ਸਿੰਘ ਜੀ ਜੋ ਸ਼੍ਰੀਮਾਨ ਸੀ ਲੰਗਰ ਦੇ ਲੈ ਕੇ ਆ ਗਏ। ਜਦ ਬਹੁਤ ਬੇਨਤੀਆਂ ਕਰੀਆਂ, ਕਹਿੰਦੇ ਭਾਈ ਲਾਲ ਸਿੰਘ ਆ, ਅਕਾਲ ਪੁਰਖ ਦੀ ਆਪਾਂ ਜੋ ਨੇਤ ਹੈ ਉਹਨੂੰ ਤਾਂ ਤੋੜ ਨਹੀਂ ਸਕਦੇ। ਤੁਸੀਂ ਐਂ ਕਰੋ, ਤੁਸੀਂ ਸਾਡੇ ਥਾਂ ਚਲੇ ਜਾਓ, 2 ਸਾਲ 2 ਮਹੀਨੇ ਸਾਡਾ ਇੰਤਜ਼ਾਰ ਕਰਿਓ, ਅਸੀਂ ਵੀ ਆ ਜਾਵਾਂਗੇ, ਤੁਹਾਡੇ ਥਾਂ ਆ ਜਾਵਾਂਗੇ। ਉਸ ਵੇਲੇ ਜਿਹੜਾ ਬਕਸਾ ਉਹਨਾਂ ਨੇ ਆਪਣੇ ਵਾਸਤੇ ਬਣਾਇਆ ਸੀ, ਕਹਿਣ ਲੱਗੇ 4:30 ਵਜੇ ਆਪਨੇ ਸਰੀਰ ਛੱਡਣ ਵਾਸਤੇ ਤਿਆਰੀ ਕਰ ਲੈਣ। ਲੰਗਰ ਦੀ ਸੇਵਾ ਕਰਦੇ ਆ, 2 ਵੱਜ ਗਏ। ਉਸ ਵੇਲੇ ਬਾਬਾ ਜੀ ਨੇ ਸੁਨੇਹਾ ਭੇਜਿਆ ਵੀ ਉਹਨਾਂ ਨੂੰ ਕਹੋ ਟਾਈਮ ਥੋੜਾ ਰਹਿ ਗਿਆ, ਇਸ਼ਨਾਨ ਕਰ ਲੈਣ। ਤੇ ਉਹ ਸੇਵਾ ਕਰਦੇ ਨੇ ਵੀ ਮੈਂ ਹੋਰ ਸੇਵਾ ਕਰ ਲਾਂ, ਹੋਰ ਕਰ ਲਾਂ, ਸਰੀਰ ਛੱਡ ਦੇਣਾ। ਉਸ ਵੇਲੇ ਇਸ਼ਨਾਨ ਕਰਕੇ ਆਪ ਬਾਬਾ ਜੀ ਦੇ ਕੋਲ ਜਾਂਦੇ ਨੇ। ਬੜੇ ਹੀ ਵਿਰਾਗ ਦੇ ਸ਼ਬਦ ਪੜ੍ਹੇ। ਜਦੋਂ 4 ਵੱਜ ਗਏ, ਉਸ ਵੇਲੇ ਆਪ ਨੇ ਬੇਨਤੀ ਕਰੀ ਕਿ ਸਾਧ ਸੰਗਤ ਜੀ ਆਪਣੀਆਂ ਬਿਰਤੀਆਂ ਇਕਾਗਰ ਕਰੋ ਤੇ ਜਪਜੀ ਸਾਹਿਬ ਦਾ ਪਾਠ ਤੁਸੀਂ ਵੀ ਕਰੋ, ਮੈਂ ਵੀ ਕਰਦਾ। ਉਸ ਵੇਲੇ ਉਹਨਾਂ ਨੇ ਪੂਰੇ 20 ਮਿੰਟ ਦੇ ਵਿੱਚ ਪਾਠ ਕਰਿਆ ਤੇ ਉਹਦੇ ਬਾਅਦ ਅਰਦਾਸਾਂ ਕਰੀਆਂ। ਅਰਦਾਸਾਂ ਕਰਕੇ 4:25 ਜਦ ਹੋਏ ਤਾਂ ਬਕਸੇ 'ਚ ਜਾ ਕੇ ਪੈ ਗਏ। 5 ਮਿੰਟ ਦੇ ਬਾਅਦ ਬਾਬਾ ਜੀ ਕਹਿਣ ਲੱਗੇ, ਦੇਖੋ ਭਾਈ ਲਾਲ ਸਿੰਘ ਜੀ ਦਾ ਕੀ ਹਾਲ ਹੈ। ਉੱਥੇ ਉਹਨਾਂ ਦਿਨਾਂ 'ਚ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ ਕਮਾਂਡਰ ਵਗੈਰਾ ਬੈਠੇ ਸੀ ਖੋਤੀ ਮੈਦਾਨ ਦੇ। ਸਾਰੇ ਇਸ ਗੱਲ ਨੂੰ ਆਏ ਵੀ ਬੰਦਾ ਕਿਵੇਂ ਚਲਿਆ ਜਾਂਦਾ ਹੈ। ਉਸ ਵੇਲੇ ਆਪ ਨੇ ਜਾਂ 5 ਮਿੰਟ ਬਾਅਦ ਦੇਖਿਆ, ਸਹੀ ਟਾਈਮ ਹੋਇਆ, ਕਹਿੰਦੇ ਜੀ ਭਾਈ ਲਾਲ ਸਿੰਘ ਤਾਂ ਚਲੇ ਗਏ। ਸੋ ਇਹ ਜਦੋਂ ਉਹਨਾਂ ਦੇ ਗੁਰਸਿੱਖਾਂ ਦੇ ਵਿੱਚ ਇਹ ਸਾਰੀਆਂ ਸ਼ਕਤੀਆਂ, ਤੇ ਫਿਰ ਮਾਤਾ ਜੀ ਨੂੰ ਕਹਿਣਾ ਜੀ ਬੁਰਜ ਤੋਂ ਛਾਲ ਮਾਰੀ। ਕੋਈ ਕਹਿੰਦਾ ਜੀ ਮਾਤਾ ਜੀ ਹੀਰਾ ਮੰਗਦੇ ਸੀ ਵੀ ਸਾਡਾ ਛੇਤੀ ਦੋ, ਸਾਤੇ ਸਾਕਾ ਸਹਿ ਨਹੀਂ ਹੁੰਦਾ। ਉਹੀ ਮਾਤਾ ਜੀ ਭੇਜਦੇ ਸੀ ਵੀ ਬੇਟਾ ਧਰਮ ਨਹੀਂ ਛੱਡਣਾ, ਸਿਰ ਬੇਸ਼ੱਕ ਚਲਿਆ ਜਾਵੇ, ਇਹ ਨਾਲ ਜਾਣਾ, ਸਿਰ ਨੇ ਨਾਲ ਨਹੀਂ ਜਾਣਾ, ਇਹ ਤਾਂ ਛੱਡਣਾ ਹੀ ਛੱਡਣਾ, ਪਾਣਾ ਵਾਹਿਗੁਰੂ ਦਾ ਐਵੇਂ ਹੀ ਵਰਤਣਾ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਇਹ ਵਚਨ ਦੇਖਦੇ ਹਾਂ, ਇਹ ਤਾਂ ਇੱਕ ਖੇਡ ਬਣਾਈ ਹੋਈ ਸੀ ਉਹਨਾਂ ਨੇ, ਜਿਵੇਂ ਡਰਾਮਾ ਬਣਾਇਆ ਹੁੰਦਾ ਹੈ। ਬਾਕੀ ਜਿਹੜੇ ਗਿਆਨੀ ਭਗਤ ਹੁੰਦੇ ਨੇ, ਪਰਮੇਸ਼ਰ ਦੇ ਵਿੱਚ ਮਿਲੇ ਹੁੰਦੇ ਨੇ, ਉਹ ਆਪਣੀ ਰਜਾ ਦੇ ਵਿੱਚ ਆਪੇ ਹੀ ਖੇਡਦੇ ਹੁੰਦੇ ਨੇ। ਉੱਥੇ ਇਹ ਸਵਾਲ ਪੈਦਾ ਨਹੀਂ ਹੁੰਦਾ ਔਖੀ ਕੜੀ ਨਾ ਦੇਖਣ ਦੀ। ਜਿੱਥੇ 3 ਕਿਸਮ ਦੇ ਦੂਏ ਭਗਤ ਨੇ, ਉੱਥੇ ਮਹਾਰਾਜ ਦਾ ਜੋ ਇਹ ਹੁਕਮ ਹੈ ਔਖੀ ਕੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲੇ, ਕਿਉਂਕਿ ਅਰਦਾਸ ਨਿਕਲਦੀ ਹੈ ਸਾਡੇ ਮਨ 'ਚੋਂ। ਜਦ ਅਰਦਾਸ ਨਿਕਲਦੀ ਹੈ ਉਸ ਵੇਲੇ ਉਹ ਸਾਡੀ ਰਾਖੀ ਕਰਦੇ ਨੇ। ਸੋ ਅਸੀਂ ਜੁੜੇ ਰਹਿੰਦੇ ਹਾਂ ਜਦ ਤੱਕ ਪੂਰਨ ਗਿਆਨ ਹੋ ਕੇ ਮੈਂ ਭਾਵ ਨਸ਼ਟ ਨਹੀਂ ਹੁੰਦਾ, ਅਰਦਾਸ ਕਾਇਮ ਰਹਿੰਦੀ ਹੈ। ਜਿਸ ਵਕਤ ਵਾਹਿਗੁਰੂ ਆਪੇ ਹੀ ਆਪ ਹੋ ਗਿਆ, ਫਿਰ ਅਰਦਾਸ ਕਿਸ ਦੇ ਕੋਲ, ਉਹਦਾ ਹੀ ਰੂਪ ਹੈ, ਵਾਹਿਗੁਰੂ ਦਾ ਹੀ ਬਣ ਜਾਂਦਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਹ ਹੈ ਤਾਸ ਮੈਂ, ਰੰਚਕ ਨਾਹੀ ਪੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਦਾ ਜੋ ਵਚਨ ਹੈ, ਇਹਨੂੰ ਵੀ ਸਮਝਣ ਦਾ ਯਤਨ ਕਰੋ। ਜੋ ਸ਼ੰਕਾ ਸਾਡੇ ਮਨਾਂ 'ਚ ਪੈਦਾ ਹੁੰਦਾ ਹੈ ਉਸ ਨੂੰ ਵੀ ਨਿਵਰਤ ਕਰੋ। ਸੋ ਫਿਰ ਥੋੜ੍ਹਾ ਜਿਹਾ ਫਰਕ ਹੋਣ ਕਰਕੇ ਵੱਖਰੀਆਂ ਹਾਲਾਤ ਦੇ ਮੁਤਾਬਕ ਉਸੇ ਤਰ੍ਹਾਂ ਦਾ ਹੋਇਆ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।